अस्सलाम वालेकुम दोस्तों, मैं हूं असद कुरैशी और आज मेरे साथ हैं मेरे बहुत ही प्यारे दोस्त ज़फ़र क्लासन साहब जो ब्रिस्टल से हम इकट्ठे आए हैं यहाँ पर। तो ये तुर्की है, हम जहाँ पे बैठे हुए हैं, इस्तांबुल जगह का नाम है। तो यहाँ पे जनाब मेरे दोस्त आए थे अपने सर के बाल लगवाने के लिए। तो इस बारे में हम आपको पूरी गाइडलाइन देंगे कि कैसे जनाब कैसे प्रोसेस हुआ, क्या हुआ, कैसे आए, होटल कैसा था, तो बाल लगाने का प्रोसेस कैसा था, कितने घंटे लगे, क्या टाइम लगा, और इसके बाद बाल लगाने के बाद इनके सर के साथ कैसी तासरात हैं, ये सारा कुछ ये आपसे शेयर करेंगे। जी जफर भाई, तो आप बताइए अस्सलाम कि वालेकुम कुरैशी साहब। बाल लगवाना ते तुर्की चो लगवाना एक काफ़ी महंगा डिसीजन सी। सब तो पहली गल ते है वे ठीक हो अगर गया। तो तुसी पाकिस्तानों तशरीफ ले आ रहे हो तो फिर ज़ाहिर है ਤੁਹਾਨੂੰ पाकिस्तानी पासपोर्ट ते इत्थे वीज़े की ज़रूरत होनी। अगर तुहाडे कोल ऑलरेडी ब्रिटिश या किसी यूरोपियन कंट्री का कोई सैटअप है तो उस कारण फिर तुहानू ई वीज़ा, अगर पासपोर्ट है तो फिर तुहानू किसी शय की कोई ज़रूरत नहीं, सिर्फ टिकट लैनी ते अपना इत्थे क्लीनिक जेड़ा वो बुक करना, बुक करके ते इत्थे आ जाओ। लेकिन इत्थे मैं एक चीज़ जी वो ऐड करसा कि जो तुसी क्लीनिक बुक कर दो उस तो अपनी सही छानबीन जी वो पहले कर लो, जिस नाल बुक कर रहे हो उस नाल सारी डिटेल जी वो डिस्कस कर लो। केड़ियां केड़ियां चीज़ां उस तो देनियां, केड़ी केड़ी सर्विस उस तो देनी, पिकअप ड्रॉप कित्थों ते कित्थों तक है। उस तो अलावा तुहाडे ट्रीटमेंट क्या क्या शामिल है, ਕਿਹੜੀ ਕਿਹੜੀ ਸ਼ੈ ਹੈ, ਕਿਉਂਕਿ ਉਹ ਜਦੋਂ ਤੁਸੀਂ ਉੱਥੇ ਆਉਂਦੇ ਹੋ ਤੁਹਾਨੂੰ ਕੁਝ ਹੋਰ ਕਮਿਊਨੀਕੇਟ ਕਰ ਰਹੇ ਹੋ ਨਾ, ਜਦੋਂ ਤੁਸੀਂ ਇੱਥੇ ਅੱਪੜ ਆਉਂਦੇ ਹੋ ਤੇ ਫਿਰ ਤੁਹਾਨੂੰ ਕਾਫੀ ਚੀਜ਼ਾਂ ਹੋ ਰਹੀਆਂ ਐਡ ਅਪ ਹੁੰਦੀਆਂ। ਮਿਸਾਲ ਤੁਹਾਨੂੰ ਦੇਣਾ ਕਿ ਜੀ ਮੇਰੇ ਕੇਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿਰਫ ਤੁਹਾਡੇ ਕਿਉਂਕਿ ਪਹਿਲੇ ਤੁਹਾਡੇ ਕੋਲ ਤੁਸੀਂ ਉਹਨਾਂ ਨਾਲ ਡਿਸਕਸ ਕਰਦੇ ਹੋ, ਸਾਰਾ ਕੁਝ ਕਰਦੇ ਹੋ ਤੇ ਤੁਹਾਡੇ ਕੋਲ ਉਹ ਮੰਗਦੇ ਨੇ ਉਸ ਦੀਆਂ ਤਸਵੀਰਾਂ ਤੁਹਾਡੇ ਸਿਰ ਦੀਆਂ ਚਵਾਂ ਸਾਈਡਾਂ ਦੀਆਂ, ਜਿਹਦੇ ਵਿੱਚ ਉਹਨਾਂ ਅੰਦਾਜ਼ਾ ਲਾਣਾ ਹੁੰਦਾ ਤੁਹਾਡੇ ਡੋਨਰ ਏਰੀਏ ਦਾ ਤੇ ਡੋਨਰ ਏਰੀਏ ਤੋਂ ਇਲਾਵਾ ਕਿ ਤੁਹਾਨੂੰ ਕਿਤਨੇ ਗ੍ਰਾਫਟ ਦੀ ਕਿਤਨੇ ਜ਼ਰੂਰਤ ਹੈ ਤੇ ਤੁਹਾਨੂੰ ਉਹ ਦੋ ਤਰੇ ਮੈਥਡ ਜਿਹੜੇ ਨੇ ਉਹ ਉਸ ਤੇ ਦੱਸਦੇ ਨੇ ਕਿ ਜੀ ਇੱਕ ਇਹ ਮੈਥਡ ਹੈ, ਇੱਕ ਇਹ ਮੈਥਡ ਹੈ। ਮੈਥਡ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੋ ਦੱਸਦੇ ਨੇ ਉਹ ਬਿਲਕੁਲ ਠੀਕ ਹੈ, ਲੇਕਿਨ ਜਦੋਂ ਤੁਸੀਂ ਅੱਗਾ ਆਉਂਦੇ ਹੋ ਤੇ ਉਹ ਤੁਹਾਡੇ ਇੱਕ ਸਕੈਨ ਕਰਦੇ ਨੇ, ਉਹਨਾਂ ਕੋਲ ਅੱਜ ਕੱਲ ਜਦੀਦ ਟੈਕਨੋਲੋਜੀ ਦੇ ਜ਼ਰੀਏ ਤੁਹਾਡੀ ਇੱਕ ਸਕਾਲਪ ਸਕੈਨਿੰਗ ਉਹ ਇੱਕ ਡਿਵਾਈਸ ਹੁੰਦੀ, ਉਹ ਡਿਵਾਈਸ ਇਹ ਕਰਦੀ ਹੈ ਉਸ ਦਾ ਜ਼ਾਇਚਾ ਲਾਉਂਦੀ ਕਿ ਜੀ ਤੁਹਾਡਾ ਜਿਹੜਾ ਬਾਲ ਹੈ ਓਰੀਜਨਲ ਜਿਹੜਾ ਗ੍ਰਾਫਟ ਹੈ ਤੁਹਾਡਾ ਉਹ ਸਟਰੋਂਗ ਕਿਤਨਾ ਤੇ ਵੀਕ ਕਿਤਨਾ। ਮੋਸਟਲੀ ਲੋਕਾਂ ਦੇ ਬਾਲ ਆਉਂਦੇ ਨੇ ਲੇਕਿਨ ਕਾਫੀ, ਜਿਸ ਤਰ੍ਹਾਂ ਮੇਰਾ ਕੇਸ ਸੀ, ਕਾਫੀ ਥਿਨ ਬਾਲ ਆਉਂਦੇ ਨੇ ਔਰ ਉਹਨਾਂ ਥਿਨ ਬਾਲਾਂ ਦੇ ਵਿੱਚ ਤੁਹਾਡੇ ਜਿਹੜੇ ਗ੍ਰਾਫਟ ਹੁੰਦੇ ਨੇ, ਨੰਬਰ ਆਫ ਗ੍ਰਾਫਟ ਉਹ ਘੱਟ ਨਿਕਲਦੇ ਨੇ। ਕਈ ਲੋਕ ਇਹਨਾਂ ਦੇ ਮਾਸ਼ਾਅੱਲਾ ਕਾਫੀ ਅੱਛੇ ਡੋਨਰ ਏਰੀਆ ਕਾਫੀ ਅੱਛਾ ਹੁੰਦਾ, ਉਸ ਡੋਨਰ ਏਰੀਏ ਦੇ ਵਿੱਚੋਂ ਇੱਕ ਗ੍ਰਾਫਟ ਜਿਹੜਾ ਉਹ ਦੋ ਦੋ ਤਰੇ ਸ਼ਾਖਾਂ ਕੱਢ ਰਿਹਾ ਹੁੰਦਾ ਤੇ ਮੇਰੇ ਜੇ ਥਿਨ ਹੇਅਰ ਦੇ ਵਿੱਚ ਜਿਨ੍ਹਾਂ ਦੇ ਪਤਲੇ ਵਾਲ ਨੇ ਉਹਨਾਂ ਦੇ ਵਿੱਚ ਉਸ ਕੇਸ ਵਿੱਚ ਇਹ ਹੁੰਦਾ ਕਿ ਇੱਕ ਗ੍ਰਾਫਟ ਤੁਹਾਡਾ ਇੱਕ ਉਹ ਇੱਕ ਬਾਲ ਹੀ ਤੁਹਾਨੂੰ ਜਿਹੜਾ ਉਹ ਦੇ ਰਿਹਾ ਹੁੰਦਾ। ਇਹਦੇ ਵਿੱਚ ਫਿਰ ਤੁਹਾਨੂੰ ਉਹ ਸੁਜੈਸਟ ਕਰਦੇ ਨੇ ਕਿ ਤੁਸੀਂ ਸਟੈਮ ਸੈੱਲ ਜਿਹੜੇ ਨੇ ਉਹ ਇੰਜੈਕਟ ਕਰਵਾ ਲਓ, ਉਹ ਤੁਹਾਡਾ ਬਿਹਤਰ ਆਪਸ਼ਨ ਹੈ। ਕਿਉਂਕਿ ਉਹ ਸਟੈਮ ਸੈੱਲ ਦਾ ਫਾਇਦਾ ਇਹ ਹੁੰਦਾ ਕਿ ਉਹਨਾਂ ਸਟੈਮ ਸੈੱਲ ਬੇਸਿਕਲੀ ਤੁਹਾਡੇ ਆਪਣੇ ਸੈੱਲ ਹੁੰਦੇ ਨੇ, ਤੁਹਾਡੀ ਚਰਬੀ ਚੋਂ ਉਹ ਸੈੱਲ ਐਕਸਟ੍ਰੈਕਟ ਕਰਦੇ ਨੇ, ਕੱਢਦੇ ਨੇ। ਉਹ ਇੱਕ ਪ੍ਰੋਸੈਸ ਉਹਨਾਂ ਦਾ ਮਸ਼ੀਨ ਹੁੰਦੀ, ਇੱਕ ਛੋਟਾ ਜਿਹਾ ਮਾਈਨਰ ਜਿਹਾ ਸੂਈ ਜਿਤਨਾ ਇੱਕ ਆਪਰੇਸ਼ਨ ਹੁੰਦਾ, ਉਸ ਆਪਰੇਸ਼ਨ ਵਿੱਚ ਤੁਹਾਡੇ ਉਹ ਚਰਬੀ ਜਿਹੜੀ ਉਹ ਕੱਢਦੇ ਨੇ, ਉਹ ਚਰਬੀ ਕੱਢ ਕੇ ਤੇ ਫਿਰ ਉਹਦੇ ਵਿੱਚੋਂ ਉਹ ਤੁਹਾਡੇ ਸੈੱਲ ਜਿਹੜੇ ਸਟੈਮ ਸੈੱਲ ਉਹ ਐਕਸਟ੍ਰੈਕਟ ਕਰਦੇ ਨੇ। ਉਹਨਾਂ ਐਕਸਟ੍ਰੈਕਟ ਕਰਕੇ ਤੇ ਜਦੋਂ ਤੁਹਾਡੀ ਟ੍ਰਾਂਸਪਲਾਂਟੇਸ਼ਨ ਉਹ ਕਰ ਰਹੇ ਹੁੰਦੇ ਨੇ, ਉਸ ਟ੍ਰਾਂਸਪਲਾਂਟੇਸ਼ਨ ਦੇ ਨਾਲ ਤੁਹਾਨੂੰ ਉਹ ਜਿਹੜੇ ਸਟੈਮ ਸੈੱਲ ਨੇ ਉਹ ਇੰਜੈਕਟ ਕਰਦੇ ਨੇ। मेरा तो पहला तजर्बा सी स्टेम सैल वाला, क्योंकि मैं टेक्नोलॉजी पहले सुनी हुई आई लेकिन किसी को या किसी दोस्त ने इस मतलब करवाई नहीं सी। वो जो उन्होंने कन्विंस किया, उन्होंने सारी दी अफादियत और ये सारे वो दसे तो उस तो बाद मैं भी डिसाइड यही किया कि स्टेम सैल जेडे, क्योंकि मेरे वाल पतले सी ते दूसरा मेरा जो डोनर एरिया वो भी सिचुएशन कुछ इतनी जी स्ट्रोंग नहीं सी ਤੇ ਉਹ ਉਸ ਸੂਰਤ ਵਿੱਚ ਮੈਂ ਫਿਰ ਉਸ ਉਹਨਾਂ ਦੀ ਰਿਕਮੈਂਡੇਸ਼ਨ ਤੇ ਇਹ ਹੁਣ ਲਵਾ ਲਿਆ ਨੇ। ਲੇਕਿਨ ਇਹ ਲਵਾ ਕੇ ਤੇ ਮਤਲਬ 3 ਦਿਨ ਦਾ ਟੋਟਲ ਆਪਰੇਸ਼ਨ ਹੈ, 3 ਦਿਨ ਤੇ 4 ਨਾਈਟਾਂ ਤੁਹਾਡਾ ਸਟੇ ਆਉਂਦਾ, ਜਿਹਦੇ ਵਿੱਚ ਕਿ ਉਸ ਪੈਕੇਜ ਦੇ ਵਿੱਚ ਤੁਹਾਡਾ 에ਅਰਪੋਰਟ ਤੋਂ ਹੋਟਲ ਤੱਕ ਦਾ ਔਰ ਹੋਟਲ ਤੋਂ ਕਲੀਨਿਕ ਤੱਕ ਦਾ
ਕਲੀਨਿਕ ਤੋਂ ਪਿੱਛਾਂ ਦਾ ਔਰ ਸਮ ਜਿਹੜੇ ਨੇ ਉਹ ਬ੍ਰੇਕਫਾਸਟ ਇਨਕਲੂਡ ਕਰਦੇ ਹਨ, ਸਮ ਜਿਹੜੇ ਨੇ ਉਹ ਬ੍ਰੇਕਫਾਸਟ ਨਹੀਂ ਇਨਕਲੂਡ ਕਰਦੇ। ਤੇ ਇਸ ਦਾ ਇੱਥੇ ਤੁਹਾਨੂੰ ਆਖਣ ਦਾ ਜਾਂ ਤੁਹਾਨੂੰ ਐਡਵਾਈਸ ਕਰਨ ਦਾ ਮਕਸਦ ਇਹ ਹੈ ਕਿ ਤੁਸੀਂ ਜਿਹੜਾ ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਫੋਰ ਐਂਡ ਇਹ ਸਾਰੀਆਂ ਡਿਸਕਸ ਕਰ ਲਓ, ਤਾਂ ਕਿ ਇੱਥੇ ਆ ਕੇ ਫਿਰ ਤੁਹਾਨੂੰ ਕੋਈ, ਕਿਉਂਕਿ ਬਾਅਦ ਵਕਤ ਇਸ ਵੀ ਆਉਂਦਾ ਕਿ ਤੁਸੀਂ ਆਪਣਾ ਉੱਥੇ ਬਜਟ ਲੈ ਕੇ ਆਉਂਦੇ ਹੋ, ਉਸ ਬਜਟ ਵਿੱਚ ਤੁਹਾਡਾ ਜ਼ਹਨ ਇਹ ਹੁੰਦਾ ਕਿ ਜੀ ਚਲੋ ਮੈਂ 2-3 ਦਿਨ ਮੇਰੇ ਉੱਥੇ ਨੇ, ਜਿਹੜੇ 2-3 ਦਿਨ ਮੇਰੇ ਫਾਰਿਗ ਨੇ, ਮੈਂ ਉਹਦੇ 3 ਦਿਨ ਕਿਧਰੇ ਫਿਰ ਟੁਰ ਲੈ ਸਾਂ। ਤੇ ਅਗਰ ਤੁਹਾਡਾ ਟਾਈਟ ਬਜਟ ਹੈ ਤੇ ਫਿਰ ਇੱਥੇ ਆ ਕੇ ਕਾਫੀ ਸਾਰੀਆਂ ਤੁਹਾਨੂੰ ਮੁਸ਼ਕਲਾਤ ਜਾਂ ਫਿਰ ਪੈਸਾ ਪਿੱਛੋਂ ਮੰਗਵਾਉਣਾ ਜਾਂ ਹੋਰ ਇਸ ਤਰ੍ਹਾਂ ਦੀਆਂ ਕਾਫੀ ਡਿਫਿਕਲਟੀਜ਼ ਜਿਹੜੀਆਂ ਉਹ ਤੁਹਾਨੂੰ ਆ ਸਕਦੀਆਂ। ਤੇ ਰਹੀ ਗੱਲ ਉੱਥੋਂ ਦੀ ਜਿਹੜਾ ਹੋਟਲ ਦਾ ਬ੍ਰੇਕਫਾਸਟ ਉਹ ਇਨਕਲੂਡ ਕਰਦੇ ਨੇ, ਅਗਰ ਇਨ ਕੇਸ ਜਿਸ ਤਰ੍ਹਾਂ ਅਸੀਂ ਪਾਕਿਸਤਾਨੀ ਹਾਂ ਤੇ ਪਾਕਿਸਤਾਨੀਆਂ ਦਾ ਤੇ ਇਹਨਾਂ ਦਾ ਖਾਣਾ ਜਿਹੜਾ ਉਹ ਬਿਲਕੁਲ ਡਿਫਰੈਂਟ ਹੈ। ਇਹ ਸਾਡੇ ਤੁਰਕਿਸ਼ ਭਾਈ ਨੇ, ਇਹਨਾਂ ਦੇ ਹੋਟਲ ਤੇ ਅਸੀਂ ਖਾਣਾ ਖਾਦਾ, ਇਹ ਸਾਨੂੰ ਚਾਹ ਜਿਹੜੀ ਇਹ ਕੰਪਲੀਮੈਂਟਰੀ ਦੇ ਰਹੇ ਨੇ ਤੇ ਉਸ ਤੋਂ ਇਲਾਵਾ ਬਹੁਤ ਅੱਛੇ ਇਹਨਾਂ ਨਾਲ ਮਿਲ ਕੇ ਕਾਫੀ ਅੱਛਾ ਖਾਣਾ ਇਹਨਾਂ ਨੇ ਸਰਵ ਕੀਤਾ। ਅਸੀਂ ਆਏ ਸੀ ਇੱਥੇ ਅੱਜ ਆਪਣੇ ਬਲੂ ਮਸਜਿਦ ਸੋਫੀਆ ਤੇ ਗ੍ਰੈਂਡ ਬਾਜ਼ਾਰ ਫਿਰਨ, ਲੇਕਿਨ ਸਾਡੀ ਤੁਸੀਂ ਆਖ ਲਓ ਕਿ ਮੌਸਮ ਜਿਹੜਾ ਇਤਨਾ ਕੋਈ ਅੱਛਾ ਨਹੀਂ ਸੀ। ਇੱਕ ਤੇ ਸੁਬਹ ਹੈ ਸੀ, ਕੁਰੈਸ਼ੀ ਸਾਹਿਬ ਨੇ ਵੇਖਿਆ ਸੀ ਵੈਦਰ ਕਿ ਜੀ ਅੱਜ ਬਾਰਿਸ਼ ਹੋਣ ਦੇ ਇਮਕਾਨ ਨੇ, ਲੇਕਿਨ ਉਹ ਬਾਰਿਸ਼ ਦੀ ਜਗ੍ਹਾ ਤੇ ਉਹ ਛੋਟਾ ਚੰਦਰਾ ਜਾਂ ਤੁਸੀਂ ਉਹਨੂੰ ਬਰਫ਼ ਆਖ ਸਕਦੇ ਹੋ ਇੱਥੋਂ ਦੇ ਹਿਸਾਬ ਨਾਲ, ਕਿ ਉਹ ਬਰਫ਼ ਹੌਲੀ ਹੌਲੀ ਪਾਉਣੀ ਸ਼ੁਰੂ ਹੋ ਗਈ। ਅਸੀਂ ਖਾਣਾ ਖਾ ਕੇ ਉਹਨੇ ਤੋਂ ਨਿਕਲੇ ਹਾਂ ਤੇ ਨਾਲ ਹੀ ਅਸੀਂ ਬਹਿ ਗਏ ਐਸੇ ਬਾਰਿਸ਼ ਦੇ ਡਰ ਤੋਂ ਕਿ ਜੀ ਥੋੜੀ ਜਿਹੀ ਰੁਕ ਜਾਏ ਜਾਂ ਥੋੜੀ ਜਿਹੀ ਬਰਫ਼ਬਾਰੀ ਜਿਹੜੀ ਮੱਠੀ ਹੋ ਜਾਏ ਤੇ ਫਿਰ ਅਸੀਂ ਕਿਧਰੇ ਆਪਣਾ। अच्छा जफर भाई, मेरा एक सवाल है कि तुसने ਜਿਹੜਾ ਆਪਰੇਸ਼ਨ ਹੋਇਆ ਸੀ ਉਸੇ ਨਾ ਉਹ ਕਿਤਨੇ ਟਾਈਮ ਨਾਲ ਸੀ? 2 ਘੰਟੇ ਨਾਲ ਸੀ, 4 ਘੰਟੇ ਨਾਲ ਸੀ? ਕਿਉਂਕਿ ਕਿਹਾ 2-3 दिन ऑपरेशन है जी ਤੇ ਆਵਾਮ ਕਿਉਂ ਕਲੀਅਰ ਕਰੋ ਕਿ ਘੰਟੇ ਨਾਲ ਸੀ ਜਾਂ 2 ਘੰਟੇ ਨਾਲ ਸੀ? ਕਿਤਨਾ ਟਾਈਮ ਸੋ ਹੋਤਾ है अंदर रहे हो जितने टाइम में ਤੁਹਾਡਾ ਇਹ ਗ੍ਰਾਫ ਲਾਏ ਨੇ 3000? ਜੀ ਬਿਲਕੁਲ, ਇਹ ਜੀ ਬਹੁਤ ਲੰਮਾ ਆਪਰੇਸ਼ਨ ਹੈ। ਸਭ ਫਸਟ ਆਫ ਆਲ ਪਹਿਲੀ ਗੱਲ ਤੇ ਇਹ ਹੈ ਕਿ ਆਪਰੇਸ਼ਨ ਤੁਹਾਡਾ ਜਿਹੜਾ ਉਹ ਆਲਮੋਸਟ 6 ਤੋਂ 7 ਆਵਰਸ ਤੁਹਾਡੇ ਆਰਾਮ ਨਾਲ ਲੱਗ ਜਾਂਦੇ ਨੇ। ਠੀਕ ਹੋ ਗਿਆ। ਉਸ ਦੇ 6-7 ਆਵਰਸ ਦੇ ਵਿੱਚ ਤੁਹਾਡੇ ਸਵੇਰ ਤੋਂ अर्ਲੀ ਇਨ ਦਾ ਮਾਰਨਿੰਗ ਇੱਥੇ, ਮਤਲਬ ਜਦੋਂ ਜਿਸ ਮੌਸਮ ਵਿੱਚ ਅਸੀਂ ਆਇਆ ਉਸ ਮੌਸਮ ਵਿੱਚ ਇੱਥੇ ਸੂਰਜ ਜਿਹੜਾ ਉਹ ਤਕਰੀਬਨ 8-8:15 ਵਜੇ ਨਿਕਲਦਾ ਤੇ ਰਾਤੀ ਤੁਹਾਨੂੰ ਉਹ ਰਾਤੀ ਦੇ ਨਹੀਂ ਖੈਰ ਸਵੇਰ ਤੁਹਾਨੂੰ 7 ਵਜੇ ਤੁਹਾਨੂੰ ਉਠਾ ਕੇ ਗੱਡੀ ਉਹਨਾਂ ਦੀ ਪਿਕ ਕਰਕੇ ਲੈ ਜਾਂਦੀ। ਉੱਥੇ ਫਿਰ ਤੁਹਾਡਾ ਬਲੱਡ ਟੈਸਟ ਕਰਦੇ ਨੇ, ਬਲੱਡ ਟੈਸਟ ਕਰਕੇ ਤੁਹਾਡੇ ਮਤਲਬ ਅਗਰ ਤੁਹਾਨੂੰ ਕੋਈ ਜਿਸ ਤਰ੍ਹਾਂ ਡਾਇਬੀਟੀਜ਼ ਹੈ ਜਾਂ ਕੋਈ ਇਸ ਤਰ੍ਹਾਂ ਦੀ ਅਗਰ ਤੁਹਾਨੂੰ ਕੋਈ ਮਰਜ਼ ਹੈ ਤੇ ਉਹ ਫਿਰ ਤੁਹਾਡਾ ਪਹਿਲੇ ਸਾਰਾ ਥਾਰੋ ਚੈੱਕਅਪ ਕਰਦੇ ਨੇ ਡਾਕਟਰ ਬਕਾਇਦਾ। ਇੱਕ ਛੋਟਾ ਜਿਹਾ ਇੰਟਰਵਿਊ ਹੁੰਦਾ ਡਾਕਟਰ ਨਾਲ, ਤੁਹਾਨੂੰ ਇੱਕ ਟੈਬਲੇਟ ਦਿੰਦੇ ਨੇ, ਉਹ ਟੈਬਲੇਟ ਲੈ ਕੇ ਤੇ ਫਿਰ ਤੁਹਾਨੂੰ ਉਸ ਏਰੀਆ 'ਚ ਲੈ ਜਾਂਦੇ ਜਿਸ ਏਰੀਆ 'ਚ ਉਹਨਾਂ ਨੇ ਤੁਹਾਡਾ ਐਕਚੁਅਲ ਆਪਰੇਸ਼ਨ ਕਰਨਾ ਹੁੰਦਾ। ਉਹਦੇ ਵਿੱਚ ਉਹ ਲੋਕਲ ਐਨਥੀਸੀਆ ਦਿੰਦੇ ਨੇ ਤੁਸੀਂ, ਜਿਹੜੀ ਮਤਲਬ ਤੁਹਾਨੂੰ ਇੱਕ ਪੇਨਫੁਲ ਪ੍ਰੋਸੈਸ ਹੈ, ਲੇਕਿਨ ਇਹ ਡਿਪੈਂਡ ਕਰਦਾ ਕਿ ਤੁਸੀਂ ਪੇਨ ਨੂੰ ਕਿਸ ਤਰ੍ਹਾਂ ਅਬਜ਼ਰਵ ਕਰਦੇ ਹੋ। ਜਿੰਨੇ ਜ਼ਾਹਿਰ ਜਿਹੜੇ ਲੋਕ ਸੋਚ ਲੈਂਦੇ ਨੇ ਕਿ ਅਸਾਂ ਇਹ ਕੰਮ ਕਰਨਾ ਹੀ ਕਰਨਾ, ਫਿਰ ਉਹਨਾਂ ਲਈ ਤੇ ਉਹ ਜ਼ਾਹਿਰ ਹੈ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ पेन तो इस प्रोसेस तो गुजरना ही पाऊंगा। अच्छा ये हो गया। दूसरा ये दसो कि ट्रीटमेंट तो बाद कितने दिन तुसा इत्थे रह के उन्हें चेकअप कराना है एवरी डे? आज जिस तरह सुबह मैं देखा सो चले गए सो जी जी, तो ये 1-2 दिन इत्थे रह के उन्होंने चेक कराना है या 2-3 दिन ਜਿਹੜਾ ਬਾਕੀ ਰਹਿਣਾ ਹੈ ਰੀਲੀ ਹਰ ਵਕਤ ਚੈੱਕ ਕਰਾਣਾ? ਮਤਲਬ ਜੀ ਇਹਦੇ ਵਿੱਚ ਜਿਹੜੇ ਚੈੱਕਅਪ ਨੇ ਜਿਹੜਾ ਉਹਨਾਂ ਦੇ ਪੈਕੇਜ ਵਿੱਚ ਇਨਕਲੂਡ ਹੈ, ਉਸ ਪੈਕੇਜ ਦੇ ਵਿੱਚ ਤੁਹਾਡਾ ਸਿਰਫ ਇੱਕ ਦਿਨ ਦਾ, ਜਿਸ ਦਿਨ ਤੁਹਾਡੀ ਸਭ ਤੋਂ ਪਹਿਲੇ ਮੈਂ ਤੁਹਾਨੂੰ ਉਹ ਥੋੜੀ ਹੋਰ ਐਕਸਪਲੇਨ ਕਰ ਦੇਵਾਂ। ਜਿਸ ਦਿਨ ਤੁਹਾਡਾ ਆਪਰੇਸ਼ਨ ਹੁੰਦਾ, ਆਪਰੇਸ਼ਨ ਤੁਹਾਡਾ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਤੇ ਉਹ ਕਰਦੇ ਹੋ ਆਪਣਾ ਤੁਹਾਨੂੰ ਐਨਥੀਸੀਆ ਦੇਣੇ ਨੇ। ਉਸ ਐਨਥੀਸੀਆ ਤੋਂ ਬਾਅਦ ਤੁਹਾਡਾ ਸਭ ਤੋਂ ਪਹਿਲੇ ਗ੍ਰਾਫ ਲੈਂਦੇ ਨੇ, ਫਿਰ ਉਹ ਗ੍ਰਾਫ ਦੁਬਾਰਾ ਉੱਥੋਂ ਲਾ ਕੇ ਤੁਹਾਡੇ ਡੋਨਰ ਏਰੀਆ ਤੋਂ ਲੈ ਕੇ ਫਿਰ ਦੁਬਾਰਾ ਉਹ ਲਾਉਂਦੇ ਨੇ। ਇਸ ਸਾਰੇ ਪ੍ਰੋਸੈਸ ਵਿੱਚ ਟੋਟਲ ਤੁਹਾਨੂੰ ਕਮ ਅਜ਼ ਕਮ 7 ਘੰਟੇ 6 ਤੋਂ 7 ਘੰਟੇ ਤੁਹਾਨੂੰ ਦਰਕਾਰ ਜਿਹੜਾ ਤੁਸੀਂ ਉੱਥੇ ਰਹਿਣਾ ਹੁੰਦਾ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਨਿਕਲਦੇ ਹੋ ਤੁਹਾਡੇ ਉਹ ਇੰਸਟਰਕਸ਼ਨਾਂ ਦਿੰਦੇ ਨੇ ਕਿ ਜੀ ਇਹ ਇੰਸਟਰਕਸ਼ਨ ਤੁਸੀਂ ਜਿਹੜਾ ਤੁਹਾਡਾ ਹੈ ਵੇ ਗ੍ਰਾਫਟਡ ਏਰੀਆ ਹੈ, ਉਸ ਗ੍ਰਾਫਟਡ ਏਰੀਆ ਤੁਸੀਂ ਕਿਸੇ ਸ਼ੈ ਨਾਲ ਟੱਚ ਨਹੀਂ ਕਰਨਾ ਜਾਂ ਉਸ ਨੂੰ ਤੁਸੀਂ ਉਹ ਜ਼ਿਆਦਾ ਨਹੀਂ ਕਰਨਾ, ਕਿਸੇ ਸ਼ੈ ਨੂੰ ਕਿਸੇ ਸਰਫੇਸ ਨਾਲ ਟੱਚ ਨਹੀਂ ਹੋਣਾ ਚਾਹੀਦਾ। ਇੱਕ ਸੌਣਾ ਸਿੱਧਾ ਪਿੱਛੇ ਸਾਰਾ ਏਰੀਆ ਜਿੱਥੇ ਤੁਹਾਡੇ ਵਾਲ ਨੂੰ ਲੈਣੇ ਨੇ ਉਹ ਸਾਰੇ ਏਰੀਆ ਦੇ ਵਿੱਚ ਉਹ ਪੱਟੀ ਜਿਹੜੀ ਉਹ ਲੱਗੀ ਹੁੰਦੀ। अच्छा दूसरा कंपनी ने ना तुसा नहीं दसिया केड़ी कंपनी कोलों केड़े क्लिनिक कोलों तुसा काम करवाया है और उन्होंने पैकेज दी डिटेल के सी 5 स्टार सी 4 स्टार सी 3 स्टार सी उसकी प्राइस ने बारे तुसा नहीं दसिया वो भी जरा दस दियो। जी मेरा ਜਿਹੜਾ ਪੈਕੇਜ ਡਿਸਾਈਡ ਹੋਇਆ ਸੀ ਉਹ ਤਕਰੀਬਨ ਹੋਇਆ ਸੀ 2000 ਯੂਰੋ ਦੇ ਵਿੱਚ।
ਉਸ 2000 ਯੂਰੋ ਦੇ ਵਿੱਚ ਇਨਕਲੂਡ ਸੀ ਇਹ ਵਾਲੀ ਆਪਣੀ ਤੁਹਾਡੀ ਸਟੈਮ ਸੈੱਲ ਵੀ ਤੇ ਬਾਕੀ ਜਿਹੜੀ ਆਫਟਰ ਟ੍ਰੀਟਮੈਂਟ ਫਾਲੋ ਅਪ ਟ੍ਰੀਟਮੈਂਟ, ਕਿਉਂਕਿ ਮੈਂ ਯੂਕੇ ਤੋਂ ਅਸੀਂ ਤੇ ਸਾਡੀ ਯੂਕੇ ਦੇ ਵਿੱਚ ਇਹਨਾਂ ਦੀਆਂ ਇਹਨਾਂ ਦੱਸਿਆ ਸੀ ਕਿ ਸਾਡੀਆਂ 2 ਬ੍ਰਾਂਚਿਸ ਨੇ। ਉਹ 2 ਬ੍ਰਾਂਚਿਸ, ਇੱਕ ਮੈਨਚੈਸਟਰ ਹੈ, ਇੱਕ ਉੱਥੇ ਆਪਣਾ ਬਰਮਿੰਗਮ ਹੈ, ਇੱਕ ਲੰਡਨ ਹੈ, ਕਿ ਤੁਸੀਂ ਆਫਟਰ ਉਸ ਤੋਂ ਤੁਸੀਂ ਉਹ ਜਾ ਕੇ ਆਪਣਾ ਜਿਹੜਾ ਟ੍ਰੀਟਮੈਂਟ ਉਹ ਚੈੱਕ ਕਰਵਾ ਸਕਦੇ ਹੋ। ਇਸ 2000 ਯੂਰੋ ਦੇ ਪੈਕੇਜ ਦੇ ਵਿੱਚ ਤੁਹਾਡੀ ਟਰਾਂਸਪੋਰਟੇਸ਼ਨ ਹੈ 에ਅਰਪੋਰਟ ਤੋਂ ਲੈ ਕੇ ਤੇ ਹੋਟਲ ਤੱਕ ਦੀ, ਫਿਰ ਹੋਟਲ ਤੋਂ ਲੈ ਕੇ ਕਲੀਨਿਕ ਤੱਕ ਦੀ, ਤੇ ਕਲੀਨਿਕ ਤੋਂ ਫਿਰ ਵਾਪਸ ਦੀ, ਤੇ ਉਹਦੇ ਵਿੱਚ ਬ੍ਰੇਕਫਾਸਟ ਜਿਹੜਾ ਉਹ ਸ਼ਾਮਿਲ ਹੈ, ਉਹਦੇ ਪੈਸੇ ਵੀ ਉਹਦੇ ਵਿੱਚ ਆਲਰੇਡੀ ਇਨਕਲੂਡਡ ਨੇ। ਲੇਕਿਨ ਆਲਵੇਜ਼ ਜਦੋਂ ਵੀ ਤੁਸੀਂ ਇਹਨਾਂ ਨਾਲ ਡੀਲ ਕਰੋ, ਇਹ ਤੁਰਕੀ ਵੈਸੇ ਵੀ ਮਸ਼ਹੂਰ ਹੈ ਕਿ ਕੋਈ ਚੀਜ਼ ਵੀ ਲਓ ਜਾਂ ਕਿਸੇ ਸ਼ੈ ਦੀ ਡੀਲ ਕਰੋ ਤੇ ਡਿਸਕਸ ਕਰੋ ਕਿ ਜੀ ਉਹ ਬਾਰਗੇਨ ਕਰ ਲਓ, ਮਤਲਬ ਜਿਹਨੂੰ ਸਾਡੇ ਪੰਜਾਬੀ ਚ ਕਹਿੰਦੇ ਨੇ ਕਿ ਜੋੜ ਤੋੜ ਕਰ ਲਓ। ਉਹ 2000 ਦਾ ਬਾਅਦ ਤੁਹਾਡੇ ਕੋਲ 1800 ਵੀ ਹੋ ਸਕਦਾ, 1700 ਵੀ ਹੋ ਸਕਦਾ, ਲੇਕਿਨ 17 ਤੋਂ ਥੱਲੇ ਨਹੀਂ, ਕਦੀ ਵੀ ਨਹੀਂ ਹੋਣਾ, ਕਿਉਂਕਿ ਉਹਦੇ ਵਿੱਚ ਕਾਸਟ ਆਫ ਸ਼ਾਮਲ ਨੇ। ਏਰੀਆ ਹੋਟਲ ਜਿਹੜੇ ਦੇਣਾ ਤੁਹਾਨੂੰ ਕਾਫੀ ਅੱਛੇ ਏਰੀਆ ਦੇਣੇ ਨੇ। ਕਲੀਨਿਕ ਮੋਸਟਲੀ ਜਿਹੜੇ ਨੇ ਉਹ ਇਹਨਾਂ ਦੇ ਮਹਿੰਗਾ ਏਰੀਆ, ਇੱਕ ਵਾਲਾ ਫਲੋਰੀਆ, ਮੋਸਟਲੀ ਕਲੀਨਿਕ ਜਿਹੜੇ ਨੇ ਉਹ ਫਲੋਰੀਆ ਏਰੀਆ ਦੇ ਵਿੱਚ ਨੇ। ਫਲੋਰੀਆ ਜਿਹੜਾ ਉਹ ਸਾਡਾ ਇੱਕ ਮਤਲਬ ਤੁਸੀਂ ਆਖ ਸਕਦੇ ਹੋ ਕਿ ਇੱਕ ਐਲੀਟ ਕਲਾਸ ਉਹ ਇਲਾਕਾ ਜਿਹਦੇ ਵਿੱਚ ਕਿ ਮੋਸਟਲੀ ਪ੍ਰਾਪਰਟੀਜ਼ ਔਰ ਸੈਟਅਪ ਜਿਹੜੇ ਮਹਿੰਗੇ ਹੁੰਦੇ ਨੇ। ਤੇ ਉਸ ਤੋਂ ਇਲਾਵਾ ਦੂਜਾ ਦੱਸੋ ਕੀ ਪੁੱਛਿਆ ਸੀ? ਇਹ ਪ੍ਰਾਈਸ ਨੇ ਬਾਰੇ ਚ ਪੁੱਛਿਆ ਸੀ ਤੇ ਜੀ ਮੇਰਾ ਕਾਫੀ ਲੰਬੀ ਵੀਡੀਓ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਸੀ ਕਿ ਜੀ ਪਹਿਲੇ ਤੁਹਾਡੀ ਉਹ ਪੱਟੀ ਜਿਹੜੀ ਉਹ ਪਹਿਲੇ ਦਿਨ ਤੁਹਾਡਾ ਇੱਕ ਦਿਨ ਤੁਹਾਡਾ ਆਪਰੇਸ਼ਨ ਹੋ ਜਾਂਦਾ ਜੀ। ਜੀ ਤੇ ਆਪਰੇਸ਼ਨ ਤੋਂ ਬਾਅਦ ਫਿਰ ਰਾਤ ਨੂੰ ਤੁਸੀਂ ਤੁਹਾਨੂੰ ਇੰਸਟਰਕਸ਼ਨ ਦੇਣੇ ਕਿ ਸਿੱਧਾ ਸੌਣਾ, ਸਾਈਡ ਤੇ ਨਹੀਂ ਸੌਣਾ, ਕਿਉਂਕਿ ਜ਼ਾਰੇ ਲਿਕੁਇਡ ਹੁੰਦਾ ਤੁਹਾਡੇ, ਅਗਰ ਤੁਸੀਂ ਸਾਈਡ ਤੇ ਸੌਵੋਗੇ ਤੇ ਫਿਰ ਤੁਹਾਡੇ ਗ੍ਰਾਫ ਨੂੰ ਖਤਰਾ ਹੋ ਸਕਦਾ। ਦੂਸਰਾ ਇਹ ਹੈ ਕਿ ਤੁਹਾਡਾ ਜਿਹੜਾ ਫਲੂਇਡ ਹੋ ਸਕਦਾ ਤੁਹਾਡੇ ਚਿਹਰੇ ਤੇ ਆ ਕੇ ਤੁਹਾਡਾ ਚਿਹਰਾ ਬਾਅਦ ਥੋੜਾ ਜਿਹਾ ਸੁੱਜ ਵੀ ਸਕਦਾ। ਤੇ ਇਸ ਵਾਸਤੇ ਉਹ ਇੱਕ ਪਿੱਛੇ ਨੈਕ ਪਿਲੋ ਤੁਸੀਂ ਕਹਿ ਸਕਦੇ ਹੋ ਕਿ ਇੱਕ ਧੌਣ ਦਾ ਤੌਲੀਆ ਵੀ ਦਿੰਦੇ ਨੇ, ਜਿਹੜਾ ਕਿ ਤੁਸੀਂ ਉਹ ਉਸ ਨੂੰ ਆਪਣੇ ਵਿੱਚ ਥੱਲੇ ਰੱਖ ਕੇ ਕਾਫੀ ਆਸਾਨੀ ਉਹਦੇ ਨਾਲ ਹੋ ਜਾਂਦੀ ਹੈ। ਦੂਜੇ ਦਿਨ ਫਿਰ ਤੁਸੀਂ ਫਿਰ ਇਸੇ ਤਰ੍ਹਾਂ ਸੁਬਹ ਤੁਹਾਨੂੰ ਲੈ ਜਾਂਦੇ ਨੇ, ਫਿਰ ਉਹ ਵਾਸ਼ਿੰਗ ਡੇ ਹੁੰਦਾ। ਉਸ ਵਾਸ਼ਿੰਗ ਡੇ ਦੇ ਵਿੱਚ ਤੁਹਾਨੂੰ ਉਹ ਪੱਟੀ ਲਾਉਂਦੇ ਨੇ, ਉਹ ਤੁਹਾਡਾ ਸ਼ੈਂਪੂ ਕਰਦੇ ਨੇ ਜਿਸ ਏਰੀਏ ਤੇ ਉਹਨਾਂ ਨੇ ਉਹ ਵਾਲ ਲਾਏ ਹੁੰਦੇ ਨੇ, ਸ਼ੈਂਪੂ ਕਰਕੇ ਤੇ ਫਿਰ ਤੁਹਾਨੂੰ ਨਾਲ ਉਹ ਕਰੀਮ ਸ਼ੈਂਪੂ ਤੇ ਇਸ ਤਰ੍ਹਾਂ ਦੀ ਚੀਜ਼ਾਂ ਨਾਲ ਦਿੰਦੇ ਨੇ ਕਿ ਤੁਸੀਂ ਹੁਣ ਇਸ ਤੋਂ ਬਾਅਦ ਆਇੰਦਾ ਆਪਣੀ ਜਿਹੜੀ ਦੇਖਭਾਲ ਹੈ, ਨਾਲ ਗੋਲੀਆਂ ਦਿੰਦੇ ਨੇ ਜਿਹਦੇ ਵਿੱਚ ਐਂਟੀਬਾਇਓਟਿਕ ਹੁੰਦੀਆਂ ਨੇ, ਪੇਨ ਕਿਲਰ ਹੁੰਦੀਆਂ ਨੇ, ਕਿਉਂਕਿ ਜ਼ਾਹਿਰ ਹੈ ਤੁਹਾਡਾ ਇੱਕ ਦਿਨ ਵਿੱਚ ਸਾਰਾ ਪ੍ਰੋਸੈਸ ਉਹ ਕਰ ਦਿੰਦੇ ਨੇ। ਉਸ ਸਾਰੇ ਪ੍ਰੋਸੈਸ ਦੇ ਵਿੱਚ ਇਹ ਤੁਹਾਡਾ ਜਿਹੜਾ ਨਾ ਜੀ ਮਤਲਬ ਕਾਫੀ ਤੁਹਾਨੂੰ ਬਾਅਦ ਵਿੱਚ ਮਤਲਬ ਪੇਨ ਹੋ ਸਕਦੀ ਜਿਸਮ ਤੁਹਾਡਾ। ਮੇਰੇ ਕੇਸ ਦੇ ਵਿੱਚ ਮੈਨੂੰ ਆਲਮੋਸਟ ਜਦੋਂ ਮੈਨੂੰ ਵਾਪਸ ਉਹਨਾਂ ਲਾਇਆ ਹੋਟਲ ਦੇ ਵਿੱਚ ਮੈਨੂੰ ਬੁਖਾਰ ਸ਼ੁਰੂ ਹੋ ਗਿਆ ਸੀ। ਫਿਰ ਮੈਂ ਦੁਬਾਰਾ ਪੈਰਾਸੀਟਾਮੋਲ ਜਾਂ ਇਸ ਤਰ੍ਹਾਂ ਦੀ ਕੋਈ ਵੀ ਬੁਖਾਰ ਵਾਲੀ ਆਈਬੂਪ੍ਰੋਫਨ ਪੈਰਾਸੀਟਾਮੋਲ ਜਾਂ ਉਹ ਆਪਣੇ ਕੋਲ ਦਿੰਦੇ ਨੇ, ਉਹ ਤੁਸੀਂ ਲੈ ਕੇ ਤੇ ਉਹਦੇ ਨਾਲ ਤੁਹਾਡੀ तबीयत ਜਿਹੜੀ ਉਹ ठीक हो जाना। चले नाजरीन, ये थी हमारी तुर्की से बाल लगवाने की वीडियो में। माशाल्लाह वीडियो काफ़ी लंबी हो गई है, तो इजाज़त दीजिए। इंशाल्लाह अगली वीडियो के साथ फिर हम हाजिर होते हैं थोड़ी देर बाद। इसमें अगर किसी के दिल में कोई भी अगर कोई सवाल है, क्वेश्चन है इसके रिलेटेड तो या प्रोसेस के रिलेटेड, तो बेशक कमेंट में आप हमसे पूछ सकते हैं। हम इंशाल्लाह उन कमेंट का विद इन सेम डे और विद इन नेक्स्ट डे उसका जवाब दे देंगे। और दूसरा जो है वो असद भाई का चैनल है, उस चैनल को सब्सक्राइब भी कर लें और फॉलो भी कर लें, ताकि क्योंकि हमें अब अपना भी बनाया हुआ है कि डिफरेंट किस्म के टूर जो है वो हम यूरोप के बाकी एशियन ममालिक के अपने उधर के टूर जो है वो हम करते रहते हैं। तो उसमें जो प्रोसेस जिस प्रोसेस से हम गुजरते हैं, हम ये चाहते हैं कि वही प्रोसेस आप लोगों तक भी पहुंचे, ताकि आपको वो जो हमें एक परेशानी होती है कि जी क्या होगा, कैसे होगा, कहाँ से शुरू करें, वो जो कहाँ से शुरू करने वाले सवालात हैं सारे के सारे वो आपको इस चैनल से मिलेंगे। ये चैनल इसको आप सब्सक्राइब ज़रूर करें। और कोई भी आप किसी भी टॉपिक पे चाहते हैं कि जी हम इस पे वीडियो बनाएं, तो वो भी आप सजेस्ट कर सकते हैं। तो इंशाल्लाह आप हमारे साथ रहिएगा, जुड़े रहिएगा, और चैनल को भी जो है वो आगे से शेयर भी करें और खुद भी सब्सक्राइब करें और बाकी दोस्तों को भी बताएं। चलें, इजाज़त दें हमें। अल्लाह हाफिज़ जनाब।